एक ओंकार सतनाम करता पुरख निरभौ निर्वैर अकाल मूरत आजुनी सैभं गुर प्रसाद। श्री नानक पाद पंकज बंदन पाद पंकज बंदन सिमरो अंगद दोख निकंदन। अमरदास गुण हृदय त्यावो हृदय त्यावो। श्री गुरु रामदास गुण गावो। श्री अर्जन विघ्न के नाशक विघ्न के नाशक। हर गोबिंद शुभ सुमत प्रकाशक। श्री हर राय नमो कर जोरी नमो कर जोरी। गुर हर कृष्ण मनाए बहोरी। तेग बहादुर परम कृपाला परम कृपाला। श्री गुरु गोबिंद सिंह विसाला। तरों तरा पर पुन पुन सीसा पुन पुन सीसा। बंदों बार बार जगदीशा। जिसमें अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। एक ओंकारा सतगुरु तेह प्रसाद सत होए। वाहेगुरु जी की फतेह विघ्न विनाशन सोए। वाहेगुरु जी की फतेह विघ्न विनाशन सोए। दोहरा कह बाला श्री गुरु जी सुनो कथा इतिहास। जैस भांत हर खेल ही कटत जो कलमल दास। गुरु साहब जी की पावन हजूरी अंदर जुड़ मेले बैठे खालसा जीओ फतेह प्रवान करो। आखो जी वाहिगुरु जी का खालसा वाहिगुरु जी की फतेह। पिछले कुछ दिनों तो असी श्री गुरु प्रताप सूरज ग्रंथ दे विचों श्री गुरु नानक प्रकाश दे पूर्व रात अध्याय 7वें की कथा का प्रसंग श्रवण करते आ रहे हैं। ते कल दीवाना दे विच असी उस प्रसंग की समाप्ति की है ते अज दे इन्हां दीवाना दे विच 8वें अध्याय की आरंभता होण जा रही है, जिसका प्रसंग गुरु सिख का मंगल अते मुल्लां प्रति उपदेश है। अज दे इस प्रसंग की आरंभता करन तो पहला कुछ पंछी झात असी पिछले दीवाना के अंदर मार लैंदे आ तां जो सानू इस लड़ी नूं समझण दे विच सुख महसूस हो सके। कल दे दीवाना दे विच असी ये विचारां श्रवण कीतियां सन कि धन गुरु नानक साहिब जी महाराज जिस अस्थान के उत्ते जाके खेडा खेडते ने उन्हां दे पिता जी भी उस अस्थान के उत्ते पहुँच जाते हैं तो उन्हां बालकां दे विच जो कुछ खेला चलदियां ने वो चंगे तरीके दे नाल देखते हैं।
ਤੇ ਪਾਤਸ਼ਾਹ ਜੀ ਨੇ ਹੱਥ ਦੇ ਵਿੱਚ ਇੱਕ ਪੋਥੀ ਫੜੀ ਹੋਈ ਹੈ ਜਿਸ ਦੇ ਉੱਤੇ ਗੀਤਾ ਦੇ ਸ਼ਲੋਕ ਉਚਾਰਨ ਕੀਤੇ ਹੋਏ ਨੇ। ਤੇ ਇਸੇ ਤਰ੍ਹਾਂ ਜਦੋਂ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਪੁੱਛਦੇ ਨੇ ਵੀ ਤੁਸੀਂ ਇਹਨਾਂ ਬੱਚਿਆਂ ਨੂੰ ਕੀ ਪੜ੍ਹਾ ਰਹੇ ਹੋ, ਤਾਂ ਸਾਰੀ ਵਿਚਾਰ ਸੁਣਨ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਛੋਟੀ ਉਮਰ ਦੇ ਵਿੱਚ ਹੀ ਆਪਣੇ ਪਿਤਾ ਜੀ ਨੂੰ ਗੀਤਾ ਦੇ ਸ਼ਲੋਕ ਪੜ੍ਹ ਕੇ ਸੁਣਾਉਂਦੇ ਨੇ ਤੇ ਨਾਲ ਹੀ ਨਾਲ ਉਸ ਸ਼ਲੋਕ ਦੇ ਅਰਥ ਕਰਕੇ ਵੀ ਸੁਣਾ ਦਿੰਦੇ ਨੇ। ਇਹ ਸਾਰਾ ਕੁਝ ਦੇਖ ਕੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਘਰ ਵਾਪਸ ਆਉਂਦੇ ਨੇ, ਘਰ ਆ ਕੇ ਗੁਰੂ ਸਾਹਿਬ ਜੀ ਦੀ ਮਾਤਾ ਜੀ ਮਾਤਾ ਤ੍ਰਿਪਤਾ ਜੀ ਦੇ ਨਾਲ ਆਪਸ ਦੇ ਵਿੱਚ ਵਿਚਾਰ ਚਰਚਾ ਕਰਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਾਬਤ ਜੋ ਕੁਝ ਵੀ ਉਹਨਾਂ ਨੇ ਉਸ ਸਥਾਨ ਦੇ ਉੱਤੇ ਦੇਖਿਆ ਆ ਕੇ ਉਹਨਾਂ ਦੀ ਮਾਤਾ ਜੀ ਨੂੰ ਦੱਸਣਾ ਕਰਦੇ ਨੇ। ਤੇ ਇਸੇ ਤਰ੍ਹਾਂ ਦੋਨੋਂ ਪਤੀ ਪਤਨੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਪਿਤਾ ਜੀ ਆਪਸ ਦੇ ਵਿੱਚ ਆਪਣੇ ਪੁੱਤਰ ਦੇ ਬਾਬਤ ਜੋ ਇਲਾਕੇ ਦੇ ਲੋਕ, ਜੋ ਧਾਰਮਿਕ ਆਗੂ ਉਹਨਾਂ ਦੀ ਵਡਿਆਈ ਕਰਦੇ ਨੇ, ਪ੍ਰਸ਼ੰਸਾ ਕਰਦੇ ਨੇ, ਉਹ ਸਾਰਾ ਕੁਝ ਆਪਸ ਦੇ ਵਿੱਚ ਵਿਚਾਰਾ ਕਰਦੇ ਕਰਦੇ ਬਹੁਤ ਪ੍ਰਸੰਨ ਹੁੰਦੇ ਨੇ, ਖੁਸ਼ੀ ਜ਼ਾਹਰ ਕਰਦੇ ਨੇ ਤੇ ਆਪਣੇ ਪੁੱਤਰ ਦੀ ਵਡਿਆਈ ਦੀ ਸ਼ੋਭਾ ਸੁਣ ਕੇ ਨਿਹਾਲ ਹੁੰਦੇ ਨੇ, ਮਨ ਦੇ ਵਿੱਚ ਆਨੰਦ ਮਹਿਸੂਸ ਕਰਦੇ ਨੇ। ਇਹ ਸਭ ਕੁਝ ਅਸੀਂ ਕੱਲ੍ਹ ਦੇ ਪ੍ਰਸੰਗ ਤੱਕ ਅਸੀਂ ਸਰਵਣ ਕਰ ਚੁੱਕੇ ਹਾਂ। ਆਓ ਅੱਜ ਦੇ ਇਸ ਪ੍ਰਸੰਗ ਦੀ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਦੋਹਰਾ ਕਹਿ ਬਾਲਾ ਸ੍ਰੀ ਗੁਰੂ ਜੀ ਸੁਨੋ ਕਥਾ ਇਤਿਹਾਸ, ਜੈਸੇ ਭਾਂਤ ਹਰ ਖੇਲਹੀ ਕਟਤ ਜੋ ਕਲਮਲ ਦਾਸ। ਹੁਣ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਕਥਾ ਸੁਣਾਉਂਦੇ ਨੇ। ਉਹ ਜਿਹੜੀ ਪੋਥੀ ਲੈ ਕੇ ਆਏ ਸੀ ਨਾ ਜਨਮ ਪੱਤਰੀ, ਉਸ ਤੋਂ ਪੜ੍ਹ ਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਸਾਰੀ ਕਥਾ ਸੁਣਾਉਂਦੇ ਨੇ। ਇੱਥੋਂ ਤੱਕ ਕਥਾ ਸੁਣਾ ਦਿੱਤੀ ਕਿ ਕਿਸ ਤਰ੍ਹਾਂ ਉਹਨਾਂ ਦੀਆਂ ਬਾਲਕ ਦੀ ਰੂਪ ਦੇ ਵਿੱਚ ਬਾਲ ਲੀਲਾ ਦੀਆਂ ਜਿਹੜੀਆਂ ਖੇਡਾਂ ਨੇ ਉਹ ਸਾਰਾ ਪ੍ਰਸੰਗ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਹਿਰਦੇ ਦੇ ਨਾਲ ਪ੍ਰੀਤ ਪਾ ਕੇ ਜਿਹੜੀ ਸੀ ਉਹ ਪੂਰੇ ਪਿਆਰ ਭਾਵਨਾ ਦੇ ਨਾਲ ਪਾਤਸ਼ਾਹ ਜੀ ਨੂੰ ਸੁਣਾਉਣਾ ਕੀਤਾ। ਹੁਣ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਸਨਮੁਖ ਬੇਨਤੀ ਕਰਦੇ ਨੇ ਕਿ ਹੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਕਿ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੀ ਇਤਿਹਾਸ ਦੀ ਕਥਾ ਹੈ ਨਾ, ਤੁਸੀਂ ਸੁਣਨੀ ਕਰੋ, ਤੁਸੀਂ ਸੁਣੋ, ਤੁਸੀਂ ਸਰਵਣ ਕਰੋ। ਜੈਸੇ ਭਾਂਤ ਹਰ ਖੇਲਤ ਹੀ ਕਟਤ ਜੋ ਕਲਮਲ ਦਾਸ, ਜਿਸ ਢੰਗ ਦੇ ਨਾਲ ਪਾਤਸ਼ਾਹ ਜੀ ਜੀਵਨ ਲੀਲਾ ਦੀ ਖੇਡ ਖੇਡਦੇ ਨੇ ਨਾ, ਉਹ ਖੇਡਾਂ ਖੇਡਦੇ ਖੇਡਦੇ ਹੀ ਜਿਹੜੇ ਦੁਨਿਆਵੀ ਲੋਕ ਨੇ, ਕਲਯੁਗ ਦੇ ਵਿੱਚ ਪਾਪੀ ਲੋਕ ਨੇ, ਉਹਨਾਂ ਦੇ ਪਾਪਾਂ ਦਾ ਵੀ ਨਾਸ਼ ਕਰਦੇ ਨੇ। ਦੇਖਣ ਨੂੰ ਤਾਂ ਇੰਝ ਲੱਗਦਾ ਕਿ ਉਹ ਆਪਣੇ ਬੱਚੇ ਸਾਥੀਆਂ ਦੇ ਨਾਲ, ਜਿਹੜੇ ਬਾਲਕ ਸਾਥੀ ਨੇ ਨਾ, ਉਹਨਾਂ ਦੇ ਨਾਲ ਕੋਈ ਖੇਡ ਖੇਡਦੇ ਨੇ, ਪਰ ਉਹ ਖੇਡਾਂ ਦੇ ਵਿੱਚ ਹੀ ਖੇਡਦੇ ਖੇਡਦੇ ਹੀ ਆਪਣੇ ਬਾਲਕ ਸਾਥੀਆਂ ਨੂੰ ਤੇ ਤਲਵੰਡੀ ਨਗਰ ਦੇ ਜਿਹੜੇ ਵਾਸੀ ਨੇ ਉਹਨਾਂ ਨੂੰ ਉਹਨਾਂ ਦੇ ਜੀਵਨ ਜੁਗਤੀ ਦਾ ਉਪਦੇਸ਼ ਦਿੰਦੇ ਨੇ, ਉਹਨਾਂ ਦੇ ਜੀਵਨ ਦਾ ਉਧਾਰ ਕਰਦੇ ਨੇ ਤੇ ਪਾਪਾਂ ਦਾ ਨਾਸ਼ ਕਰਦੇ ਨੇ। ਸਵਿਆ ਬਾਲਕ ਸੋ ਮਿਲ ਖੇਲਤ ਖੇਲਨ ਲਾਲ ਬਿਲੋਕਤ ਤਾਤ ਦੁਲਾਰੈ। ਕਹਿੰਦੇ ਵੀ ਜਦੋਂ ਦੂਸਰੇ ਬਾਲਕਾਂ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਖੇਡਦੇ ਨੇ ਨਾ, ਤੇ ਉਹਨਾਂ ਨੂੰ ਖੇਡਦਿਆਂ ਦੇਖਦਿਆਂ ਤੇ ਉਹਨਾਂ ਦੇ ਜਿਹੜੇ ਪਿਤਾ ਜੀ ਨੇ, ਤਾਤ ਦਾ ਭਾਵ ਹੁੰਦਾ ਪਿਤਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਉਸ ਸਭਾ ਦੇ ਵਿੱਚ ਜਾਂਦੇ ਨੇ ਨਾ, ਉਹਨਾਂ ਨੂੰ ਦੇਖਦੇ ਨੇ ਤਾਂ ਕਹਿੰਦੇ ਦੇਖ ਕੇ ਬਹੁਤ ਪਿਆਰ ਦੇ ਨਾਲ ਉਹਨਾਂ ਨੂੰ ਦੁਲਾਰਦੇ ਨੇ, ਮਨ ਦੇ ਵਿੱਚ ਬਹੁਤ ਖੁਸ਼ੀ ਜ਼ਾਹਰ ਕਰਦੇ ਨੇ ਵੀ ਮੇਰਾ ਪੁੱਤਰ ਛੋਟੀ ਉਮਰ ਦੇ ਵਿੱਚ ਹੀ ਲੋਕਾਂ ਦਾ ਭਲਾ ਕਰਨ ਦੇ ਲਈ ਸੋਚਣ ਲੱਗ ਪਿਆ, ਛੋਟੀ ਉਮਰੇ ਹੀ ਇਸਨੇ ਚੰਗੇ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਨੇ। ਸੁੰਦਰ ਭੂਖਨ ਚੀਰ ਸਰੀਰ ਤਰੇ ਤਲਵੰਡੀ ਕੀ ਬੀਥੀ ਬਿਹਾਰੇ। ਸੁੰਦਰ ਦਾ ਭਾਵ ਸੋਹਣੇ, ਭੂਖਣ ਦਾ ਭਾਵ ਹੈ ਗਹਿਣੇ, ਤੇ ਚੀਰ ਦਾ ਭਾਵ ਹੈ ਬਸਤਰ। ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਹੁਣ ਕਥਾ ਸੁਣਾਉਂਦੇ ਆਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਸ ਬਾਲਕ ਅਵਸਥਾ ਦੇ ਵਿੱਚ, ਬਾਲ ਸਰੀਰ ਦੇ ਰੂਪ ਦੇ ਵਿੱਚ ਉਹਨਾਂ ਨੇ ਆਪਣੇ ਸਰੀਰ ਦੇ ਉੱਤੇ ਸੁੰਦਰ ਗਹਿਣੇ ਪਹਿਨੇ ਨੇ ਤੇ ਨਾਲ ਹੀ ਨਾਲ ਸੁੰਦਰ ਵਸਤਰ ਵੀ ਧਾਰਨ ਕੀਤੇ ਨੇ। ਕਿ ਤਲਵੰਡੀ ਕੀ ਬੀਤੀ ਬਿਹਾਰੇ, ਕਿ ਜਿਹੜਾ ਤਲਵੰਡੀ ਕਸਬਾ ਹੈ ਨਾ,
ਉਸ ਨਗਰ ਦੇ ਵਿੱਚ ਖੂਬ ਰੌਣਕਾਂ ਲੱਗੀਆਂ ਨੇ ਵੀ ਜਿਹੜਾ ਵੀ ਆਉਂਦਾ ਜਾਂਦਾ ਰਾਹੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ੋਭਾ ਸੁਣਦਾ ਹੈ ਨਾ, ਤਾਂ ਉਹਨਾਂ ਦੀ ਸਭਾ ਦੇ ਕੋਲੋਂ ਜੇਕਰ ਵਿਚਰਨ ਦਾ ਮੌਕਾ ਮਿਲਦਾ ਤਾਂ ਉਹ ਆਪਣਾ ਆਪ ਗਵਾ ਲੈਂਦਾ। ਉਸ ਦਾ ਸਾਰਾ ਧਿਆਨ ਉਹ ਪਾਤਸ਼ਾਹ ਜੀ ਦੇ ਪਾਵਨ ਵਚਨ ਸਰਵਣ ਕਰਨ ਦੇ ਵਿੱਚ ਹੀ ਜੁੜ ਜਾਂਦਾ ਹੈ। ਉਹ ਆਪਣੇ ਕੰਨਾਂ ਦੇ ਨਾਲ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਵਚਨ ਸੁਣ ਕੇ ਨਿਹਾਲ ਹੁੰਦਾ। ਤੇ ਇਸ ਤਰ੍ਹਾਂ ਕਹਿੰਦੇ ਤਲਵੰਡੀ ਨਗਰ ਦੇ ਵਿੱਚ ਬਹੁਤ ਰੌਣਕਾਂ ਲੱਗੀਆਂ ਨੇ, ਬਹੁਤ ਖੁਸ਼ੀ ਭਰਿਆ ਮਾਹੌਲ ਹੈ। ਦੌਰ ਚਲੇ ਕਬ ਬੈਸ ਰਹੇ ਕਬ ਹੂੰ ਮਧੁਰੇ ਮੁਖ ਬੈਨ ਉਚਾਰੇ। ਦੌਰ ਚੱਲੇ ਭਾਵ ਕਹਿੰਦੇ ਵੀ ਜਦੋਂ ਕਿਤੇ ਬੱਚਿਆਂ ਦੇ ਨਾਲ ਖੇਡਦੇ ਨੇ ਤੇ ਕਦੇ ਕਦੇ ਦੌੜਨ ਲੱਗ ਜਾਂਦੇ ਨੇ ਤੇ ਸਾਰੇ ਬੱਚੇ ਵੀ ਨਾਲ ਉਹਨਾਂ ਦੇ ਮਗਰ ਲੱਗ ਕੇ ਦੌੜਦੇ ਨੇ। ਕਬ ਬੈਸ ਰਹੇ ਤੇ ਕਦੇ ਕਹਿੰਦੇ ਬੈਠ ਜਾਂਦੇ ਨੇ ਤੇ ਫਿਰ ਸਾਰੇ ਬੱਚੇ ਵੀ ਥੱਕ ਹਾਰ ਕੇ ਉਹਨਾਂ ਦੇ ਮਗਰ ਹੀ ਬੈਠ ਜਾਂਦੇ ਨੇ। ਕਬ ਹੂੰ ਮਧੁਰੇ ਮੁਖ ਬੈਨ ਉਚਾਰੇ ਤੇ ਕਦੇ ਕਹਿੰਦੇ ਆਪਣੇ ਮੁਖਾਰਬਿੰਦ ਚੋਂ ਸੋਹਣੇ ਮੁਖੜੇ ਚੋਂ ਕਹਿੰਦੇ ਮਿੱਠੀ ਆਵਾਜ਼ ਦੇ ਨਾਲ ਬਚਨ ਉਚਾਰ ਕਰਦੇ ਨੇ, ਬਚਨ ਵਿਲਾਸ ਕਰਦੇ ਨੇ ਆਪਣੀ ਉਸ ਸਭਾ ਦੇ ਨਾਲ, ਆਪਣੇ ਸਾਥੀਆਂ ਦੇ ਨਾਲ। ਭੋਜਨ ਮਾਤ ਤੇ ਲੇਕਰ ਖਾਤ ਖੁਬਾਬਤ ਹੀਰਤ ਹੋ ਬਲਿਹਾਰੈ। ਕਹਿੰਦੇ ਵੀ ਕਦੇ ਕਦੇ ਫਿਰ ਘਰ ਦੇ ਵਿੱਚ ਆਉਂਦੇ ਨੇ ਵੀ ਜਦੋਂ ਪੇਟ ਦੇ ਵਿੱਚ ਨਾ ਭੁੱਖ ਲੱਗਦੀ, ਜਦੋਂ ਭੁੱਖ ਲੱਗਦੀ ਫਿਰ ਘਰ ਦੇ ਵਿੱਚ ਆ ਕੇ ਕਹਿੰਦੇ ਮਾਤਾ ਜੀ ਦੇ ਕੋਲੋਂ ਭੋਜਨ ਲੈ ਕੇ ਛਕਦੇ ਨੇ। ਤੇ ਇਸੇ ਤਰ੍ਹਾਂ ਮਾਤਾ ਵੀ ਆਪਣੇ ਪੁੱਤਰ ਨੂੰ ਪਿਆਰ ਦੇ ਨਾਲ ਭੋਜਨ ਛਕਾ ਕੇ ਮਨ ਦੇ ਵਿੱਚ ਬਹੁਤ ਖੁਸ਼ੀ ਜ਼ਾਹਰ ਕਰਦੇ ਨੇ ਤੇ ਆਪਣੇ ਪੁੱਤਰ ਤੋਂ ਬਲਿਹਾਰ ਜਾਂਦੇ ਨੇ, ਕੁਰਬਾਨ ਜਾਂਦੇ ਨੇ ਆਪਣੇ ਪੁੱਤਰ ਦੀ ਸ਼ੋਭਾ ਸੁਣ ਕੇ। ਇੱਕ ਬਾਸਰ ਕਾਲੂ ਵਿਚਾਰ ਕੀਓ ਪੜਨੇ ਬਿਨ ਨਾਨਕ ਬੈਸ ਬਿਹਾਏ। ਬਾਸਰ ਦਾ ਭਾਵ ਹੁੰਦਾ ਦਿਨ, ਵੀ ਕਹਿੰਦੇ ਇੱਕ ਦਿਨ ਕਾਲੂ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ, ਉਹਨਾਂ ਦੇ ਹਿਰਦੇ ਦੇ ਵਿੱਚ ਇੱਕ ਫੁਰਨਾ ਉੱਠਿਆ। ਪੜ੍ਹਨੇ ਬਿਨ ਨਾਨਕ ਬੈਸ ਬਿਹਾਏ। ਬੈਸ ਦਾ ਭਾਵ ਹੁੰਦਾ ਉਮਰ, ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਹੁਣ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਮੇਰਾ ਪੁੱਤਰ ਇਹ ਖੇਡਾਂ ਖੇਡਦਾ ਹੈ ਤੇ ਇਸੇ ਤਰ੍ਹਾਂ ਇਸ ਦੀ ਉਮਰ ਜਿਹੜੀ ਹੈ ਉਹ ਬੀਤ ਰਹੀ ਹੈ ਪੜ੍ਹਾਈ ਤੋਂ ਬਿਨਾਂ, ਤੇ ਕਿਉਂ ਨਾ ਇਸ ਦੀ ਅਗਲੀ ਪੜ੍ਹਾਈ ਦੇ ਬਾਬਤ ਸੋਚਿਆ ਜਾਵੇ। ਪਿਛਲੇ ਪ੍ਰਸੰਗ ਦੇ ਵਿੱਚ ਅਸੀਂ ਵਿਚਾਰ ਸਰਵਣ ਕੀਤੇ ਸੀ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਆਪਣੇ ਪੁੱਤਰ ਨੂੰ ਗੋਪਾਲ ਪਾਂਧੇ ਦੇ ਕੋਲ ਪੜ੍ਹਨ ਦੇ ਲਈ ਭੇਜਦੇ ਨੇ ਤੇ ਉੱਥੇ ਜਾ ਕੇ ਹਿਸਾਬ ਦੀ ਗਣਿਤ ਦੀ ਸਿੱਖਿਆ ਹਾਸਲ ਕਰਦੇ ਕਰਦੇ ਪਾਂਧੇ ਨੂੰ ਉਪਦੇਸ਼ ਦੇ ਦਿੰਦੇ ਨੇ। ਤੇ ਹੁਣ ਪਾਂਧਾ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਨੂੰ ਇੱਥੋਂ ਤੱਕ ਵੀ ਗੱਲ ਆਖ ਦਿੰਦਾ ਵੀ ਆਪਣੇ ਪੁੱਤਰ ਦੀ ਪੜ੍ਹਾਈ ਬਾਬਤ ਹੁਣ ਸੋਚਣਾ ਛੱਡ ਦਿਓ, ਕਿਉਂਕਿ ਇਹ ਤਾਂ ਆਪ ਲੋਕਾਂ ਨੂੰ ਪੜ੍ਹਾਉਣ ਵਾਸਤੇ ਆਇਆ ਹੋਇਆ। ਤੇ ਹੁਣ ਜਦੋਂ ਉਹ ਬਚਨ ਵੀ ਸੁਣੇ ਸੀ ਤਾਂ ਉਸ ਸਮੇਂ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਬਹੁਤ ਖੁਸ਼ ਹੋਏ ਸੀ, ਪਰ ਫਿਰ ਵੀ ਇੱਕ ਪੁੱਤਰ ਦੇ ਬਾਪ ਨੇ, ਇੱਕ ਔਲਾਦ ਦੇ ਪਿਤਾ ਨੇ ਤੇ ਆਪਣੀ ਔਲਾਦ ਦੇ ਬਾਬਤ ਸੋਚਦੇ ਨੇ ਵੀ ਇਲਾਕੇ ਦੇ ਲੋਕ ਕੀ ਕਹਿਣਗੇ ਕਿ ਆਪਣੇ ਪੁੱਤਰ ਨੂੰ ਪੜ੍ਹਾਇਆ ਨਹੀਂ। ਘਰ ਦੇ ਵਿੱਚ ਪੈਸਾ ਵੀ ਬਹੁਤ ਹੈ, ਪਟਵਾਰੀ ਦਾ ਕੰਮ ਕਰਦੇ ਨੇ ਤੇ ਆਪਣਾ ਪੁੱਤਰ ਪੜ੍ਹਾਉਣ ਤੋਂ ਵਾਂਝਾ ਰੱਖ ਦਿੱਤਾ, ਪੜ੍ਹਾਈ ਤੋਂ ਵਾਂਝਾ ਰੱਖ ਦਿੱਤਾ। ਇਹ ਸਾਰਾ ਕੁਝ ਮਨ ਦੇ ਵਿੱਚ ਵਿਚਾਰ ਚਰਚਾ ਚੱਲਦੀ ਹੈ ਤੇ ਕਾਲੂ ਜੀ ਸੋਚਦੇ ਨੇ ਕਿ ਮੇਰੇ ਪੁੱਤਰ ਦੀ ਬਹੁਤ ਉਮਰ ਇਸੇ ਤਰ੍ਹਾਂ ਵਿਅਰਥ ਜਾ ਰਹੀ ਹੈ ਤੇ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੜ੍ਹਾਈ ਦੇ ਲਈ ਭੇਜਿਆ ਜਾਵੇ। ਕੌਣ ਸੀ ਕਾਰ ਕਰੇ ਗੁਜਰਾਨ ਕਹਾਂ ਕਰ ਕੇ ਤਨ ਲੇਹ ਕਮਾਏ। ਫਿਰ ਸੋਚਦੇ ਨੇ ਕਿ ਕਿਹੜਾ ਕੰਮ ਇਹ ਮੇਰਾ ਪੁੱਤਰ ਕਰੇਗਾ, ਇਹੋ ਜਿਹਾ ਕਿਹੜਾ ਕੰਮ ਹੈ ਵੀ ਜਿਹੜਾ ਕਰੇਗਾ ਜਿਸ ਦੇ ਨਾਲ ਇਹਨਾਂ ਦਾ ਰੁਜ਼ਗਾਰ ਵੀ ਲੱਗ ਜਾਵੇਗਾ, ਇਹ ਰੁਜ਼ਗਾਰ ਦੇ ਵਿੱਚ ਵੀ ਲੱਗ ਜਾਣਗੇ ਤੇ ਘਰ ਦੇ ਵਿੱਚ ਧਨ ਦੌਲਤ ਵੀ ਕਮਾ ਕੇ ਲੈ ਕੇ ਆਉਣਗੇ। ਹੁਣ ਹਰੇਕ ਬਾਪ ਦੀ ਇੱਛਾ ਹੁੰਦੀ ਕਿ ਮੇਰੇ ਧੀਆਂ ਪੁੱਤਰ ਆਪਣੇ ਪੈਰਾਂ ਦੇ ਉੱਤੇ ਖੜੇ ਹੋਣ ਤੇ ਆਪਣੀ ਕਮਾਈ ਕਰਕੇ ਘਰ ਦਾ ਗੁਜ਼ਾਰਾ ਚਲਾਉਣ। ਇਸੇ ਤਰ੍ਹਾਂ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਵੀ ਸੋਚਦੇ ਨੇ ਕਿ ਮੈਂ ਆਪਣੇ ਪੁੱਤਰ ਨੂੰ ਇਹੋ ਜਿਹੀ ਕਿਹੜੀ ਪੜ੍ਹਾਈ ਕਰਾਵਾਂ ਜਿਸ ਪੜ੍ਹਾਈ ਦੇ ਜ਼ਰੀਏ ਇਹਨਾਂ ਨੂੰ ਰੁਜ਼ਗਾਰ ਵੀ ਮਿਲ ਜਾਵੇ ਤੇ ਨਾਲ ਹੀ ਨਾਲ ਇਹ ਧਨ ਦੌਲਤ ਕਮਾ ਕੇ ਘਰ ਦੇ ਵਿੱਚ ਲੈ ਕੇ ਆਉਣ। ਨਿਜ ਕਾਰ ਕੀ ਰੀਤ ਬਿਨਾ ਨਾ ਬਨੇ ਕ੍ਰਿਤ, ਜੇਕਰ ਹੈ ਜਗ ਨਿੰਦੇ ਅਲਾਏ। ਨਿਜ ਕਾਰ ਕੀ ਰੀਤ ਕਹਿੰਦੇ ਵੀ ਜਿਹੜਾ ਘਰ ਦੇ ਵਿੱਚ ਜਿਹੜੇ ਲੋਕ ਕਾਰ ਵਿਹਾਰ ਕਰਦੇ ਨੇ, ਜੇਕਰ ਕੋਈ ਨਿੱਜੀ ਕਾਰ ਵਿਹਾਰ ਦੀ ਰੀਤ ਨਾ ਕਰੇ ਨਾ, ਨਿਜ ਕਾਰ ਕੀ ਰੀਤ ਬਿਨਾ ਨਾ ਬਨੇ ਕ੍ਰਿਤ, ਤੇ ਬਗੈਰ ਕਿਰਤੀ ਕਮਾਈ ਨਹੀਂ ਹੋ ਸਕਦੀ। ਵੀ ਜਿਹੜੀ ਨਿੱਜੀ ਕਾਰ ਹੈ ਨਾ, ਕਿਸੇ ਦੇ ਆਸਰੇ ਰਹਿ ਕੇ ਜੀਵਨ ਨਹੀਂ ਬਤੀਤ ਕੀਤਾ ਜਾ ਸਕਦਾ। ਹਰੇਕ ਮਨੁੱਖ ਦਾ ਆਪਣਾ ਆਪਣਾ ਕਮਾਈ ਦਾ ਕੋਈ ਨਾ ਕੋਈ ਜ਼ਰੀਆ ਹੁੰਦਾ ਹੈ।
ਉਹ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਕੰਮਕਾਜ ਕਰਕੇ, ਦਸਾਂ ਨੋਹਾਂ ਦੀ ਕਿਰਤ ਕਰਕੇ ਧਨ ਦੌਲਤ ਇਕੱਠੀ ਕਰਦੇ। ਪਰ ਇੱਥੇ ਪਿਤਾ ਜੀ ਆਪਣੇ ਪੁੱਤਰ ਦੇ ਬਰਾਬਰ ਸੋਚਦੇ ਨੇ ਕਿ ਜੇਕਰ ਹੈ ਜਗ ਨਿੰਦ ਹਲਾਏ, ਕਿ ਇਸ ਜੱਗ ਦੇ ਵਿੱਚ ਇਹੀ ਰੋਹ ਰੀਤ ਚੱਲੀ ਆ ਰਹੀ ਹੈ ਵੀ ਜੇਕਰ ਕਿਸੇ ਦਾ ਧੀ ਪੁੱਤ ਰੁਜ਼ਗਾਰ ਨਹੀਂ ਕਰਦਾ, ਕੋਈ ਕਾਰ ਵਿਹਾਰ ਨਹੀਂ ਕਰਦਾ, ਤਾਂ ਘਰ ਦੇ ਵਿੱਚ ਧਨ ਦੌਲਤ ਕਿਸ ਤਰ੍ਹਾਂ ਇਕੱਠਾ ਹੋਵੇਗਾ। ਅਬ ਮੋਕੋ ਜੋਗ ਪੜਾਵਨ ਹੈ ਵੱਡ ਹੋਏ, ਜਬੇ ਨਾ ਪੜਿਓ ਤਬ ਜਾਏ। ਕਹਿੰਦੇ ਹੁਣ ਇਹਨਾਂ ਦੀ ਉਮਰ ਹੈ, ਬਚਪਨ ਹੈ, ਤੇ ਜੇਕਰ ਮੈਂ ਇਹਨਾਂ ਨੂੰ ਪੜ੍ਹਾਉਣ ਲਈ ਕਿਤੇ ਭੇਜਾਂਗਾ ਤਾਂ ਇਹ ਪੜ੍ਹ ਜਾਣਗੇ। ਜਦੋਂ ਉਮਰ ਵਡੇਰੀ ਹੋ ਜਾਵੇਗੀ ਤਾਂ ਵੱਡੀ ਉਮਰ ਹੋਣ ਦੇ ਨਾਲ ਇਹਨਾਂ ਨੂੰ ਵਿੱਦਿਆ ਹਾਸਲ ਕਰਨ ਦੇ ਵਿੱਚ ਬਹੁਤ ਔਖ ਮਹਿਸੂਸ ਹੋਵੇਗੀ। ਆਮ ਤੌਰ ਦੇ ਉੱਤੇ ਦੇਖਿਆ ਜਾਂਦਾ, ਅੱਜ ਦੇ ਸਮਾਜ ਦੀ ਵੀ ਜੇਕਰ ਗੱਲ ਕਰ ਲਈਏ ਨਾ, ਕੋਈ ਸਮਾਂ ਹੁੰਦਾ ਤੇ ਬੱਚੇ ਬੜੀ ਲਗਨ ਦੇ ਨਾਲ, ਸੋਹਣੇ ਤਰੀਕੇ ਦੇ ਨਾਲ ਪੜ੍ਹਾਈ ਕਰਦੇ ਨੇ। ਜਿਉਂ-ਜਿਉਂ ਸਮਾਂ ਵੱਧਦਾ ਜਾਂਦਾ, ਉਮਰ ਦੇ ਵਿੱਚ ਵਾਧਾ ਆਉਂਦਾ ਜਾਂਦਾ, ਉਮਰ ਵਡੇਰੀ ਹੁੰਦੀ ਜਾਂਦੀ, ਘਰ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ, ਤੇ ਉਹ ਜ਼ਿੰਮੇਵਾਰੀਆਂ ਵੱਲ ਧਿਆਨ ਵਧਣ ਦੇ ਨਾਲ ਕਈ ਮਨੁੱਖ, ਕਈ ਬੱਚੇ ਪੜ੍ਹਾਈ ਤੋਂ ਵੀ ਵਾਂਝੇ ਰਹਿ ਜਾਂਦੇ ਨੇ। ਤੇ ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਵੀ ਆਪਣੇ ਪੁੱਤਰ ਦੇ ਪ੍ਰਤੀ ਸੋਚਦੇ ਨੇ ਕਿ ਹੁਣ ਉਮਰ ਵੀ ਹੈ, ਸਮਾਂ ਵੀ ਹੈ, ਘਰ ਦੇ ਹਾਲਾਤ ਵੀ ਠੀਕ ਨੇ ਵੀ ਇਸ ਬੱਚੇ ਦੀ ਪੜ੍ਹਾਈ ਬਾਬਤ ਕੁਝ ਸੋਚਿਆ ਜਾਵੇ, ਕਿਉਂਕਿ ਜਦੋਂ ਉਮਰ ਵੱਡੀ ਹੋ ਜਾਵੇਗੀ ਨਾ, ਫਿਰ ਇਹਨਾਂ ਨੂੰ ਪੜ੍ਹਨ ਦੇ ਵਿੱਚ ਬਹੁਤ ਮੁਸ਼ਕਲ ਆਵੇਗੀ। ਲੈ ਸੁਤ ਨਾਨਕ ਸੰਗ ਚਲਿਓ, ਜਹ ਪਾਰਸੀ ਬਾਲ ਪੜੈ ਮਿਲ ਬ੍ਰਿੰਦਾ। ਹੁਣ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਲੈ ਕੇ ਨਾ ਉਸ ਥਾਂ ਦੇ ਉੱਤੇ ਚਲੇ ਗਏ ਜਿੱਥੇ ਬੱਚੇ ਇਕੱਠੇ ਹੋ ਕੇ ਮਦਰਸੇ ਦੇ ਵਿੱਚ ਪੜ੍ਹਾਈ ਕਰਦੇ ਨੇ। ਪਹਿਲਾਂ ਪਾਠਸ਼ਾਲਾ ਦੇ ਵਿੱਚ ਭੇਜਿਆ ਸੀ। ਪਾਠਸ਼ਾਲਾ ਆਮ ਤੌਰ ਦੇ ਉੱਤੇ ਜਿਹੜੇ ਹਿੰਦੂ ਮੱਤ ਦੇ ਨਾਲ ਸੰਬੰਧ ਰੱਖਣ ਵਾਲੇ ਨੇ ਨਾ, ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਉਹਨਾਂ ਦੇ ਵਿਦਿਅਕ ਅਦਾਰੇ ਸਨ, ਜਿੱਥੋਂ ਉਹਨਾਂ ਨੂੰ ਵਿਦਿਆ ਪ੍ਰਦਾਨ ਕੀਤੀ ਜਾਂਦੀ ਸੀ, ਜਿੱਥੇ ਉਹਨਾਂ ਨੂੰ ਪੜ੍ਹਾਇਆ ਜਾਂਦਾ ਸੀ, ਉਸ ਨੂੰ ਪਾਠਸ਼ਾਲਾ ਆਖਿਆ ਜਾਂਦਾ ਸੀ। ਤੇ ਇਸੇ ਤਰ੍ਹਾਂ ਜਿਹੜੇ ਮੁਸਲਮਾਨ ਵੀਰ ਸਨ, ਜਿਹੜੇ ਇਸਲਾਮ ਮੱਤ ਦੇ ਨਾਲ ਸੰਬੰਧ ਰੱਖਦੇ ਸਨ, ਉਸ ਧਰਮ ਦੇ ਵਿੱਚ ਜਿੱਥੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਕਰਾਈ ਜਾਂਦੀ ਸੀ, ਉਹਨਾਂ ਨੂੰ ਵਿਦਿਆ ਦੀ ਦਾਤ ਬਖਸ਼ੀ ਜਾਂਦੀ ਸੀ, ਉਸ ਨੂੰ ਮਦਰਸੇ ਕਿਹਾ ਜਾਂਦਾ ਸੀ। ਹੁਣ ਪਹਿਲਾਂ ਪਾਤਸ਼ਾਹ ਜੀ ਨੂੰ ਗੋਪਾਲ ਪਾਂਧੇ ਦੇ ਕੋਲ ਭੇਜਿਆ ਗਿਆ, ਉਸ ਪਾਠਸ਼ਾਲਾ ਦੇ ਵਿੱਚ ਭੇਜਿਆ ਗਿਆ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਦੀ ਵਿਦਿਆ ਜਿਹੜੀ ਹੈ ਉਹ ਚੰਗੇ ਤਰੀਕੇ ਦੇ ਨਾਲ ਇਹਨਾਂ ਦੀ ਪੜ੍ਹਾਈ ਹੋ ਜਾਵੇ। ਤੇ ਉਸ ਤੋਂ ਬਾਅਦ ਹੁਣ ਪਾਤਸ਼ਾਹ ਜੀ ਨੂੰ ਮਦਰਸੇ ਦੇ ਵਿੱਚ ਉਹਨਾਂ ਦੀ ਪੜ੍ਹਾਈ ਦੇ ਲਈ ਭੇਜਿਆ ਜਾਂਦਾ ਹੈ, ਤਾਂ ਜੋ ਇਹ ਇੱਥੇ ਰਹਿ ਕੇ ਫਾਰਸੀ ਦੀ ਪੜ੍ਹਾਈ ਜਿਹੜੀ ਹੈ ਉਹ ਪ੍ਰਾਪਤ ਕਰ ਸਕਣ। ਬੈਸਿਓ ਮੁਲਾਨੇ ਕੇ ਜਾਏ ਸਮੀਪ, ਕਹੇ ਹਿਤ ਸੋ ਬਚ ਆਰਤ ਮੰਦਾ। ਕਹਿੰਦੇ ਵੀ ਉੱਥੇ ਜਾ ਕੇ ਬੈਸਿਓ ਮੁਲਾਨੇ, ਮੁਲਾਨੇ ਦਾ ਭਾਵ ਹੈ ਮੁੱਲਾ, ਮੌਲਵੀ, ਤੇ ਉੱਥੇ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਉਹਨਾਂ ਦੇ ਪਿਤਾ ਜੀ ਮਹਿਤਾ ਕਾਲੂ ਜੀ ਜਾ ਕੇ ਮੌਲਵੀ ਦੇ ਕੋਲ ਕਹਿੰਦੇ ਬੈਠ ਜਾਂਦੇ ਨੇ, ਤੇ ਉੱਥੇ ਜਾ ਕੇ ਦਰਦ ਵਾਲੇ ਸ਼ਬਦ ਬੜੇ ਹਿੱਤ ਦੇ ਨਾਲ ਕਹਿੰਦੇ ਨੇ। ਮਨ ਦੇ ਵਿੱਚ ਥੋੜਾ ਜਿਹਾ ਦਰਦ ਵੀ ਹੈ ਕਿ ਮੇਰਾ ਪੁੱਤਰ ਪੜ੍ਹਾਈ ਤੋਂ ਕਿਤੇ ਵਾਂਝਾ ਨਾ ਰਹਿ ਜਾਵੇ, ਤੇ ਇਸ ਦੇ ਬਾਬਤ ਉੱਥੇ ਜਾ ਕੇ ਮੌਲਵੀ ਨੂੰ ਜਾ ਕੇ ਉੱਥੇ ਵਿਚਾਰ ਚਰਚਾ ਕਰਦੇ ਨੇ ਕਿ ਮੇਰੇ ਪੁੱਤਰ ਨੂੰ ਪੜ੍ਹਾਇਆ ਜਾਵੇ। ਸੇ ਸੁਤ ਹੇਤ ਸੋਦੇ ਪੜਾਏ, ਪੜ੍ਹੇ ਇਹ ਤੂਰਨ ਹੈ ਮਤ ਬੰਦਾ। ਸੁਤ ਦਾ ਭਾਵ ਹੈ ਪੁੱਤਰ, ਹੇਤ ਦਾ ਭਾਵ ਹੈ ਚਿੱਤ ਦੇ ਨਾਲ, ਸੋਦੇ ਪੜਾਏ। ਕਹਿੰਦੇ ਮੇਰੇ ਪੁੱਤਰ ਨੂੰ ਤੁਸੀਂ ਚਿੱਤ ਦੇ ਨਾਲ ਫਾਰਸੀ ਪੜ੍ਹਾ ਦੇਵੋ। ਪੜ੍ਹੇ ਇਹ ਤਰਨ ਹੈ ਮਤ ਬੰਦਾ, ਮਤ ਬੰਦਾ ਦਾ ਭਾਵ ਹੈ ਬੁੱਧੀਮਾਨ, ਕਿ ਮੇਰਾ ਪੁੱਤਰ ਤੀਖਣ ਬੁੱਧੀ ਵਾਲਾ ਹੈ, ਤੇਜ ਬੁੱਧੀ ਵਾਲਾ ਹੈ, ਤੁਸੀਂ ਇਸ ਨੂੰ ਫਾਰਸੀ ਦੀ ਪੜ੍ਹਾਈ ਕਰਾਓ। ਇਸ ਸਹੀ ਤਰੀਕੇ ਦੇ ਨਾਲ ਬੜੀ ਛੇਤੀ ਹੀ ਤੁਹਾਡੇ ਕੋਲੋਂ ਫਾਰਸੀ ਵੀ ਸਿੱਖ ਜਾਵੇਗਾ। ਰੋਜ਼ ਪਲੋ ਮੁਝ ਦੇਹੋ ਬਤਾਏ, ਵੈਸਾਵੋ ਆਨ ਪੜ੍ਹੇ ਤੋ ਆਨੰਦਾ। ਕਹਿੰਦੇ ਵੀ ਰੋਜ਼ ਇਹਨਾਂ ਨੂੰ ਕੋਈ ਨਾ ਕੋਈ ਫਾਰਸੀ ਦਾ ਲੈਸਨ ਜਿਹੜਾ ਹੈ, ਫਾਰਸੀ ਦੀ ਪੜ੍ਹਾਈ ਜੋ ਵੀ ਤੁਸੀਂ ਕਰਾਓਗੇ ਨਾ, ਉਹ ਤੁਸੀਂ ਰੋਜ਼ ਮੈਨੂੰ ਦੱਸਣਾ ਹੈ ਵੀ ਅੱਜ ਇਸ ਬੱਚੇ ਨੂੰ ਮੈਂ ਇਹ ਪੜ੍ਹਾਈ ਕਰਾਈ, ਅੱਜ ਮੈਂ ਇਸ ਨੂੰ ਇਹ ਪੜ੍ਹਾਇਆ। ਉਹ ਕਹਿੰਦੇ ਸਾਰਾ ਹੀ ਤੁਸੀਂ ਮੈਨੂੰ ਦੱਸਿਆ ਕਰਨਾ ਵੀ ਜਦੋਂ ਵੀ ਮੈਂ ਇਸ ਨੂੰ ਲੈਣ ਆਵਾਂਗਾ ਜਾਂ ਕਿਸੇ ਵੀ ਜਰੀਏ ਤੁਸੀਂ ਮੇਰੇ ਤੱਕ ਇਹ ਪਹੁੰਚਦਾ ਕਰਨਾ ਵੀ ਮੈਂ ਤੁਹਾਡੇ ਪੁੱਤਰ ਨੂੰ ਅੱਜ ਇਹ ਪੜ੍ਹਾਈ ਕਰਾਈ ਹੈ। ਕਿ ਇਸ ਨੂੰ ਆਪਣੇ ਪਾਸ ਬਿਠਾ ਕੇ ਨਾ ਖੁਸ਼ੀ-ਖੁਸ਼ੀ ਚੰਗੇ ਤਰੀਕੇ ਦੇ ਨਾਲ, ਪਿਆਰ ਦੇ ਨਾਲ ਇਸ ਨੂੰ ਫਾਰਸੀ ਪੜ੍ਹਾਉਣੀ ਸ਼ੁਰੂ ਕਰੋ। ਕਬਿਤ ਬੈਣ ਜੋ ਮੌਲਾਨੇ ਪਾਣੇ ਸੁਬਹ ਦਿਵਸ ਭਲਿਓ, ਮਕਤਬ ਮਾਹੀ ਫੁਰ ਜੰਦ ਕੋ ਬਿਠਾਈਏ। ਹੁਣ ਮਹਿਤਾ ਕਾਲੂ ਜੀ ਦੀ ਜਦੋਂ ਸਾਰੀ ਵਿਚਾਰ ਸੁਣੀ ਨਾ, ਹੁਣ ਮੌਲਾਨੇ ਨੇ
ਪਾਤਸ਼ਾਹ ਜੀ ਦੇ ਪਿਤਾ ਜੀ ਨੂੰ ਆਖਿਆ ਮੌਲਵੀ ਨੇ, ਕਹਿੰਦੇ ਵੀ ਇਸ ਨੂੰ ਅੱਜ ਦਾ ਦਿਨ ਤੁਸੀਂ ਲੈ ਜਾਓ, ਸੁਬੇ ਦਿਵਸ ਭਲੋ। ਸੁਬੇ ਦਾ ਭਾਵ ਕਹਿੰਦੇ ਜਿਹੜੀ ਆਉਣ ਵਾਲੀ ਸੁਬਹ ਹੈ ਨਾ, ਕੱਲ ਦਾ ਦਿਨ ਚੰਗਾ ਹੈ, ਚੰਗਾ ਮੂਰਤ ਹੈ, ਚੰਗਾ ਲਗਨ ਹੈ, ਤੁਸੀਂ ਇਸ ਨੂੰ ਕੱਲ ਨੂੰ ਮੇਰੇ ਪਾਸ ਲੈ ਕੇ ਆਇਓ ਤੇ ਫਿਰ ਮੈਂ ਇਸ ਨੂੰ ਚੰਗੇ ਤਰੀਕੇ ਦੇ ਨਾਲ ਕੱਲ ਸਵੇਰੇ ਇਸ ਨੂੰ ਮਦਰਸੇ ਦੇ ਵਿੱਚ ਪੜ੍ਹਨੇ ਪਾ ਲਵਾਂਗਾ, ਇਸ ਦਾ ਦਾਖਲਾ ਕੱਲ ਨੂੰ ਕਰ ਲਵਾਂਗੇ। ਕੱਲ ਦਾ ਦਿਨ ਸ਼ੁਭ ਹੈ, ਇਸ ਕਰਕੇ ਤੁਸੀਂ ਅੱਜ ਇਸ ਨੂੰ ਨਾਲ ਆਪਣੇ ਲੈ ਚਲੋ ਤੇ ਕੱਲ ਨੂੰ ਮੇਰੇ ਕੋਲ ਇਹਨੂੰ ਚੰਗੇ ਸਮੇਂ ਦੇ ਨਾਲ ਸਵੇਰੇ ਜਦੋਂ ਆਰੰਭਤਾ ਹੁੰਦੀ ਹੈ ਮਦਰਸੇ ਦੇ ਵਿੱਚ, ਤਾਂ ਉਸ ਸਮੇਂ ਤੁਸੀਂ ਇਸ ਨੂੰ ਮੇਰੇ ਕੋਲ ਭੇਜ ਦਿਓ। ਹੇਤ ਸੋ ਪੜਾਉ ਨਾ ਖਿਲਾਫ ਤੁਝ ਸੰਗ ਗਾਉ, ਹੇਰ ਹੋਸ਼ ਬੰਦ ਅਬ ਧਾਮ ਨਿਜ ਜਾਈਏ। ਹੇਤ ਸੋ ਪੜਾਉਣ ਦਾ ਭਾਵ ਕਹਿੰਦੇ ਮੈਂ ਚਿੱਤ ਲਾ ਕੇ ਇਹਨੂੰ ਪੜਾਉਂਗਾ, ਪੂਰੇ ਮਨ ਦੇ ਨਾਲ ਇਸ ਨੂੰ ਪੜਾਉਂਗਾ। ਨਾ ਖਿਲਾਫ ਤੁਝ ਸੰਗ ਗਾਉ, ਕਹਿੰਦਾ ਕੋਈ ਉਲਟੀ ਗੱਲ, ਤੁਹਾਡੇ ਵਿਰੁੱਧ ਕੋਈ ਵੀ ਗੱਲ ਮੈਂ ਨਹੀਂ ਕਵਾਂਗਾ, ਕੁਝ ਵੀ ਨਹੀਂ ਇਹਨੂੰ ਗਲਤ ਸਿਖਾਉਂਗਾ। ਹੇਰੋ ਹੋਸ਼ਬੰਦ, ਹੇਰੋਂ ਦਾ ਭਾਵ ਹੈ, ਹੇਰਨ ਦਾ ਭਾਵ ਹੁੰਦਾ ਦੇਖਣਾ, ਹੋਸ਼ਬੰਦ ਦਾ ਭਾਵ ਹੈ ਬੁੱਧੀਮਾਨ। ਕਹਿੰਦੇ ਮੈਂ ਤੁਹਾਡੇ ਪੁੱਤਰ ਨੂੰ ਚੰਗੇ ਤਰੀਕੇ ਦੇ ਨਾਲ ਦੇਖ ਲਿਆ, ਤੁਹਾਡਾ ਪੁੱਤਰ ਬਹੁਤ ਬੁੱਧੀਮਾਨ ਹੈ, ਤੀਖਣ ਬੁੱਧੀ ਵਾਲਾ ਹੈ। ਇੱਕ ਦਿਨ ਦੇ ਵਿੱਚ ਹੀ ਮੌਲਵੀ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਰਖ ਕਰ ਲਈ, ਇਹ ਬੱਚਾ ਬਹੁਤ ਬੁੱਧੀਮਾਨ ਹੈ। ਅਬ ਧਾਮ ਨਿਜ ਜਾਈਏ, ਧਾਮ ਦਾ ਭਾਵ ਹੁੰਦਾ ਘਰ, ਨਿਜ ਦਾ ਭਾਵ ਹੁੰਦਾ ਆਪਣੇ। ਵੀ ਕਹਿੰਦਾ ਹੁਣ ਤੁਸੀਂ ਆਪਣੇ ਘਰ ਨੂੰ ਚਲੇ ਜਾਓ, ਮੈਂ ਤੁਹਾਡੇ ਪੁੱਤਰ ਨੂੰ ਦੇਖ ਲਿਆ, ਤੁਹਾਡਾ ਪੁੱਤਰ ਬਹੁਤ ਬੁੱਧੀਮਾਨ ਹੈ ਤੇ ਤੁਸੀਂ ਇਹਨੂੰ ਹੁਣ ਕੱਲ ਨੂੰ ਭੇਜ ਦਿਓ। ਕਾਲੂ ਤਬ ਗਇਓ ਰਹਿਣ ਭਈ ਖਾਨ ਫਾਨ ਕੀਓ, ਭੋਰ ਸੁਭ ਹੋਰ ਉਠ ਦੇਖਿਓ ਸੁਖ ਦਾਈਏ। ਕਾਲੂ ਤਬ ਗਇਓ, ਕਾਲੂ ਜੀ ਕਹਿੰਦੇ ਫਿਰ ਘਰ ਨੂੰ ਚਲੇ ਗਏ। ਰਹਿਣ ਭਈ, ਰਹਿਣ ਦਾ ਭਾਵ ਹੈ ਰਾਤ ਹੋ ਗਈ। ਖਾਣ ਪਾਣ ਕੀਓ, ਰਾਤ ਦਾ ਸਮਾਂ ਹੋ ਗਿਆ, ਉਹਨਾਂ ਨੇ ਰਾਤ ਦਾ ਜਿਹੜਾ ਪ੍ਰਸ਼ਾਦਾ ਪਾਣੀ ਸੀ ਉਹ ਛਕਿਆ। ਭੋਰ ਸੋ ਬਹੋਰ, ਭੋਰ ਸੋ ਬਹੋਰ ਦਾ ਭਾਵ ਵੀ ਸਵੇਰ ਦਾ ਵੇਲਾ ਬਾਅਦ ਵਿੱਚ ਹੋਇਆ, ਰਾਤ ਬੀਤ ਗਈ ਤੇ ਸਵੇਰ ਆ ਗਈ। ਉੱਠ ਦੇਖਿਓ ਸੁਖ ਦਾਈਏ, ਵੀ ਉੱਠ ਕੇ ਸੁੱਖਾਂ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ ਮਹਿਤਾ ਕਾਲੂ ਜੀ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਨੇ ਨਾ, ਰਾਤ ਬੀਤ ਗਈ, ਰਾਤ ਨੂੰ ਪ੍ਰਸ਼ਾਦਾ ਪਾਣੀ ਛਕ ਕੇ ਜਦੋਂ ਆਰਾਮ ਕਰਨਗੇ, ਬਾਅਦ ਦੇ ਵਿੱਚ ਸਵੇਰ ਹੋਈ, ਉੱਠ ਕੇ ਸਭ ਤੋਂ ਪਹਿਲਾਂ ਕਹਿੰਦੇ ਆਪਣੇ ਪੁੱਤਰ ਨੂੰ ਦੇਖਿਆ ਜਿਹੜੇ ਸੁੱਖਾਂ ਦੀਆਂ ਦਾਤਾਂ ਬਖਸ਼ਿਸ਼ ਕਰਦੇ ਨੇ ਦੁਨੀਆ ਨੂੰ। ਨਾਨਕ ਕੋ ਸੰਗ ਲੈ ਬੈਣ ਸੋ ਦਿਲਾ ਸੋ ਦਿਓ, ਪੜਿਓ ਕਰ ਪ੍ਰੀਤ ਨੀਤ ਕਤਹੁ ਨਾ ਤਾਈਏ। ਫੇਰ ਉੱਠ ਕੇ ਆਪਣੇ ਪੁੱਤਰ ਨੂੰ ਤਿਆਰ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਨਾਨਕ ਕੋ ਸੰਗ, ਸੰਗ ਦਾ ਭਾਵ ਹੈ ਨਾਲ, ਨਾਨਕ ਕੋ ਸੰਗ ਲੈ, ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਨਾਲ ਆਪਣੇ ਸਾਥ ਲੈ ਕੇ ਬੈਣ ਸੋ ਦਿਲਾਸੋ ਦਿਓ, ਤੇ ਉਹਨਾਂ ਨੂੰ ਦਿਲਾਸਾ ਦੇ ਰਹੇ ਨੇ। ਪੜੋ ਕਰ ਪ੍ਰੀਤ, ਪੜ੍ਹਾਈ ਨੂੰ ਪ੍ਰੀਤ ਦੇ ਨਾਲ, ਪਿਆਰ ਦੇ ਨਾਲ, ਚੰਗੀ ਤਰੀਕੇ ਦੇ ਨਾਲ ਪੜ੍ਹਾਈ ਹਾਸਲ ਕਰੋ। ਨੀਤ ਕਤਹੁ ਨਾ ਧਾਈਏ, ਤੇ ਬੜੇ ਪ੍ਰੇਮ ਨਾਲ ਪੜ੍ਹਾਈ ਕਰੋ ਤੇ ਹੋਰ ਕਿਸੇ ਪਾਸੇ ਨਹੀਂ ਜਾਣਾ। ਆਪਣਾ ਮਨ ਹੁਣ ਕੇਵਲ ਪੜ੍ਹਾਈ ਦੇ ਵਿੱਚ ਲਾਉਣਾ ਹੈ, ਕਿਸੇ ਹੋਰ ਪਾਸੇ ਨਹੀਂ ਜਾਣਾ। ਇਹ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਕੋਲ ਬਿਠਾ ਕੇ ਪਿਆਰ ਦੇ ਨਾਲ ਉਹਨਾਂ ਨੂੰ ਸਮਝਾਉਂਦੇ ਨੇ। ਮਕਤਬ ਆਏ ਇੱਕ ਕਾਰਖ ਕਦੀਨੋ, ਕਾਲੂ ਕਸ਼ੁਕ ਮਿਠਾਈ ਬਾਂਟ ਪਟਿਆ ਲਿਖਾਈ ਹੈ। ਮਕਤਬ ਆਏ ਭਾਵ ਕਹਿੰਦੇ ਮਦਰਸੇ ਦੇ ਵਿੱਚ ਹੁਣ ਪਿਓ ਪੁੱਤਰ ਦੋਨੋਂ ਆ ਗਏ ਨੇ। ਇੱਕ ਕਾਰਖਿਕ ਦਿਨੋਂ, ਕਾਰਖਿਕ ਦਾ ਭਾਵ ਹੁੰਦਾ ਵੀ ਕਹਿੰਦੇ ਉਸ ਸਮੇਂ ਦੀ ਜਿਹੜੀ ਕਰੰਸੀ ਚੱਲਦੀ ਸੀ ਨਾ, ਤੇ ਉਸ ਸਮੇਂ ਕਹਿੰਦੇ ਮੌਲਵੀ ਨੂੰ 1 ਰੁਪਈਆ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਨੇ ਉਹਦੇ ਹੱਥ ਦੇ ਉੱਤੇ ਰੱਖ ਦਿੱਤਾ। ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਉਹਨਾਂ ਨੂੰ ਉਸਤਾਦ ਧਾਰਨ ਕਰਵਾ ਦਿੱਤਾ। 1 ਰੁਪਈਆ ਉਸ ਮੌਲਵੀ ਦੇ ਹੱਥ ਦੇ ਉੱਤੇ ਰੱਖਿਆ। ਕਹਿੰਦੇ ਕੁਛ ਕੁ ਮਿਠਾਈ ਬਾਂਟ, ਫਿਰ ਕਹਿੰਦੇ ਥੋੜੀ ਜਿਹੀ ਮਠਿਆਈ ਜਿਹੜੀ ਨਾਲ ਲੈ ਕੇ ਤੁਰੇ ਸੀ ਨਾ, ਉਸ ਮਦਰਸੇ ਦੇ ਵਿੱਚ ਜਿੰਨੇ ਬੱਚੇ ਪੜ੍ਹਦੇ ਸੀ ਉਹਨਾਂ ਨੂੰ ਮਠਿਆਈ ਵੰਡੀ, ਵੀ ਅੱਜ ਮੇਰੇ ਪੁੱਤਰ ਦਾ ਦਾਖਲਾ ਹੋ ਗਿਆ ਤੇ ਮੇਰੇ ਪੁੱਤਰ ਨੇ ਇਸ ਮੌਲਵੀ ਨੂੰ ਆਪਣਾ ਉਸਤਾਦ ਧਾਰਨ ਕਰ ਲਿਆ। ਪਟਿਆ ਲਿਖਾਈ ਹੈ। ਤੇ ਫਿਰ ਹੁਣ ਮਠਿਆਈ ਵੰਡਣ ਤੋਂ ਬਾਅਦ ਜਿਹੜੀ ਫਾਰਸੀ ਦੀ ਪੱਟੀ ਸੀ ਨਾ, ਜਿਹੜੀ ਫਾਰਸੀ ਦੀ ਲਿਪੀ, ਫਾਰਸੀ ਭਾਸ਼ਾ ਦਾ ਜਿਹੜਾ ਵੀ ਉਹਨਾਂ ਦਾ ਸਿਧਾਂਤ ਹੈ ਨਾ, ਉਹ ਸ਼ੁਰੂਆਤ ਹੁਣ ਸ਼ੁਰੂ ਹੋ ਗਈ। ਉਹ ਪੱਟੀ ਦੇ ਉੱਤੇ, ਫੱਟੀ ਦੇ ਉੱਤੇ ਉਹ ਵਿਦਿਆ ਲਿਖਣੀ, ਹੁਣ ਜਿਹੜੀ ਪੜ੍ਹਾਈ ਕਰਨੀ ਆ ਉਹ ਸ਼ੁਰੂ ਹੋਣ ਲੱਗੀ ਹੈ। ਮੁੱਲਾ ਨੇ ਕਲਮ ਗਹਿ ਅਵਲ ਅਲਫ ਲਿਖ, ਬੋਹਰ ਸਿਰ ਫਿਸੋ ਸੁਬਹ ਹੀ ਪੜ੍ਹਾਈ ਹੈ। ਹੁਣ ਮੁੱਲਾ ਜੀ ਜਿਹੜੇ ਮੌਲਵੀ ਨੇ ਨਾ ਉਸ ਮਦਰਸੇ ਦੇ, ਜਿਹੜੇ ਬੱਚਿਆਂ ਨੂੰ ਪੜ੍ਹਾਈ ਕਰਾਉਂਦੇ ਨੇ, ਤੇ ਉਹਨਾਂ ਨੇ ਹੁਣ ਹੱਥ ਦੇ ਵਿੱਚ ਕਲਮ ਫੜ ਲਈ ਹੈ। ਮੁੱਲਾ ਨੇ ਕਲਮ ਗਹਿ ਅਵਲ ਅਲਫ ਲਿਖ, ਤੇ ਕਹਿੰਦੇ ਸਭ ਤੋਂ ਪਹਿਲਾਂ ਅਲਫ ਲਿਖ।
ਅਲਫ ਲਿਖੀ ਤੇ ਫਿਰ ਕਹਿੰਦੇ ਬਹੁਰ ਸ਼ੇਰਫੀ ਸੋ ਸੁਬਹ ਹੀ ਪੜ੍ਹਾਈ ਆ। ਫਿਰ ਸ਼ੇਰਫੀ, ਸ਼ੇਰਫੀ ਦਾ ਭਾਵ ਹੁੰਦਾ ਵੀ ਜਿਸ ਤਰ੍ਹਾਂ ਸਾਡੀ ਪੰਜਾਬੀ ਮਾਂ ਬੋਲੀ ਦੇ ਵਿੱਚ ਨਾ ਗੁਰਮੁਖੀ ਦੇ ਵਿੱਚ ਅਸੀਂ 35 ਅੱਖਰੀ ਕਹਿੰਦੇ ਆ ਊੜਾ ਐੜਾ, ਤੇ ਇਸੇ ਤਰ੍ਹਾਂ ਜਿਹੜੀ ਫਾਰਸੀ ਦੇ ਵਿੱਚ 35 ਅੱਖਰੀ ਹੈ ਉਸ ਨੂੰ ਸ਼ੇਰਫੀ ਕਹਿੰਦੇ ਨੇ। ਤੇ ਫਿਰ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉਹ ਲਿਖਣਾ ਸਿਖਾ ਰਹੇ ਨੇ, ਮੌਲਵੀ ਹੱਥ ਦੇ ਵਿੱਚ ਕਲਮ ਫੜੀ ਹੋਈ ਹੈ ਤੇ ਉਹਨਾਂ ਦੀ ਹੁਣ ਜਿਹੜੀ ਸਾਰੀ ਪੜ੍ਹਾਈ ਹੈ ਫਾਰਸੀ ਦੀ 35 ਅੱਖਰੀ, ਉਹ ਸਾਰੀ ਦੀ ਸਾਰੀ ਮੌਲਵੀ ਕਹਿੰਦੇ ਉਹਨਾਂ ਨੂੰ ਹੁਣ ਲਿਖਾਣੀ ਸ਼ੁਰੂ ਕਰ ਰਿਹਾ, ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਮੁੱਲਾ ਕੇ ਕਹਿਨ ਮੈਂ ਦੇਰ ਕਛੂ ਲਾਗੇ ਮਾਨੋ ਨਾਨਕ ਕੀ ਰਸਨਾ ਮੈਂ ਦੇਰ ਹੂੰ ਨਾ ਪਾਈ ਹੈ। ਕਹਿੰਦੇ ਹੁਣ ਜਦੋਂ ਮੌਲਵੀ ਪੜ੍ਹਾਉਣ ਲੱਗਾ ਨਾ, ਮੁੱਲਾ ਕੇ ਕਹਿਨ ਮੈਂ ਦੇਰ ਕਛ ਲਾਗੂ, ਜਦੋਂ ਮੌਲਵੀ ਉਹ ਫਾਰਸੀ ਦੇ ਜਿਹੜੇ ਅੱਖਰ ਬੋਲਦਾ ਹੈ ਨਾ, ਕਹਿੰਦੇ ਉਸ ਨੂੰ ਬੋਲਣ ਦੇ ਵਿੱਚ ਹਜੇ ਸਮਾਂ ਲੱਗ ਰਿਹਾ, ਉਸ ਨੂੰ ਬੋਲਣ ਦੇ ਵਿੱਚ ਕੋਈ ਨਾ ਕੋਈ ਦਿੱਕਤ ਆ ਰਹੀ, ਕੁਝ ਸਮਾਂ ਪਾ ਕੇ ਬੋਲਦਾ ਹੈ। ਮਾਨੋ ਨਾਨਕ ਕੀ ਰਸਨਾ ਮੈਂ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਰਸਨਾ ਤੋਂ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮੁਖਾਰ ਬਿੰਦ ਦੇ ਵਿੱਚੋਂ ਮੈਂ ਦੇਰ ਹੂੰ ਨਾ ਪਾਈ ਹੈ। ਉਹ ਬਿਨਾਂ ਦੇਰੀ ਤੋਂ ਹੀ ਪੜ੍ਹੀ ਜਾ ਰਹੇ ਨੇ। ਮੌਲਵੀ ਹਜੇ ਬੋਲਣ ਲੱਗਾ ਸੋਚਦਾ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਮੌਲਵੀ ਦੇ ਕੋਲੋਂ ਸੁਣ ਕੇ ਫਟਾਫਟ ਉਸੇ ਤਰ੍ਹਾਂ ਹੀ ਉਸ ਨੂੰ ਉਚਾਰਨ ਕਰ ਦਿੰਦੇ ਨੇ। ਭਇਓ ਬਿਸਮਾਦ ਇਹ ਪੜ੍ਹਿਓ ਕਹੂੰ ਆਦ ਮੋਤੇ ਮੂੰਹ ਸੇ ਸਬਕ ਪੜ੍ਹੇ ਜਾਣੇ ਹੂੰ ਨਾ ਜਾਈ ਹੈ। ਭਇਓ ਬਿਸਮਾਦ ਦਾ ਭਾਵ ਹੈ ਹੈਰਾਨੀ, ਬਿਸਮਾਦ ਦਾ ਭਾਵ ਹੁੰਦਾ ਹੈਰਾਨੀ ਕਰਨ ਵਾਲਾ। ਜਦੋਂ ਮੌਲਵੀ ਨੇ ਦੇਖਿਆ ਵੀ ਮੈਂ ਇਹਨਾਂ ਬੱਚਿਆਂ ਨੂੰ ਪੜ੍ਹਾਉਂਦੇ ਨੂੰ ਬਹੁਤ ਸਮਾਂ ਹੋ ਗਿਆ, ਮੈਂ ਅੱਜ ਵੀ ਥੋੜ੍ਹਾ ਜਿਹਾ ਬੋਲਣ ਲੱਗਾ, ਕਹਿੰਦਾ ਵੀ ਮਨ ਦੇ ਵਿੱਚ ਹਿਚਕਚਾਹਟ ਮਹਿਸੂਸ ਕਰਦਾ, ਤੇ ਮੈਂ ਬੱਚੇ ਨੂੰ ਪੜ੍ਹਾ ਰਿਹਾ, ਬੱਚਾ ਮੇਰੇ ਕੋਲ ਸੁਣ ਕੇ ਫਟਾਫਟ ਉਸੇ ਤਰ੍ਹਾਂ ਹੀ ਬੋਲ ਰਿਹਾ। ਉਹ ਮਨ ਦੇ ਵਿੱਚ ਹੈਰਾਨ ਹੋ ਰਿਹਾ। ਫਿਰ ਆਖਦਾ ਹੈ ਇਹ ਪੜ੍ਹਿਆ ਕਹੂੰ ਆਦਮ ਉੱਤੇ, ਇਹ ਸਾਰਾ ਕੁਝ ਹੈਰਾਨ ਹੋ ਕੇ ਕਹਿਣ ਲੱਗਾ ਵੀ ਇਹ ਤਾਂ ਪਹਿਲਾਂ ਹੀ ਪੜ੍ਹਿਆ ਹੋਇਆ ਲੱਗਦਾ, ਮੈਨੂੰ ਲੱਗਦਾ ਵੀ ਇਹਨੇ ਪਹਿਲਾਂ ਵੀ ਕਿਤੇ ਫਾਰਸੀ ਸਿੱਖੀ ਹੋਈ ਹੈ। ਇਹ ਹੁਣ ਮੌਲਵੀ ਵੀ ਮਨ ਦੇ ਵਿੱਚ ਇਹ ਵਿਚਾਰ ਕਰ ਰਿਹਾ ਵੀ ਇਹ ਤਾਂ ਪਹਿਲਾਂ ਹੀ ਪੜ੍ਹਾਈ ਕਰਕੇ ਆ ਗਿਆ। ਮਨ ਦੇ ਵਿੱਚ ਹੈਰਾਨੀ ਹੋ ਰਹੀ ਹੈ ਤੇ ਕਹਿੰਦਾ ਮੋਹ ਸੇ ਸਬਕ ਪੜ੍ਹੇ ਜਾਣੇ ਹੂੰ ਨਾ ਜਾਈ ਹੈ, ਤਾਂ ਸਬਕ ਪੜ੍ਹਿਆ ਹੀ ਨਹੀਂ ਜਾ ਰਿਹਾ। ਕਹਿੰਦਾ ਮੈਥੋਂ ਤਾਂ ਜੋ ਕੁਝ ਮੈਂ ਪੜ੍ਹਾਉਣਾ ਚਾਹੁੰਦਾ, ਕਹਿੰਦਾ ਮੈਨੂੰ ਪੜ੍ਹਨ ਦੇ ਵਿੱਚ ਹਜੇ ਮੁਸ਼ਕਿਲ ਹੋ ਰਹੀ, ਮੇਰੇ ਤੋਂ ਪੜ੍ਹਿਆ ਨਹੀਂ ਜਾ ਰਿਹਾ। ਪਰ ਇਸ ਬਾਲਕ ਨੂੰ ਦੇਖ ਕੇ ਇਹ ਲੱਗਦਾ ਵੀ ਇਹ ਮੇਰੇ ਨਾਲੋਂ ਵੀ ਵੱਧ ਸਿੱਖਿਆ ਹੋਇਆ, ਇਹ ਪਹਿਲਾਂ ਹੀ ਕੁਝ ਨਾ ਕੁਝ ਸਿੱਖਿਆ ਹਾਸਲ ਕਰਕੇ ਆਇਆ ਫਾਰਸੀ ਬਾਬਤ। ਮੁਸ਼ਕਲ ਪਾਰਸੀ ਆਸਾਨ ਪੜ੍ਹੇ ਤਤਕਾਲ ਬਾਲਕ ਕੀ ਬੈਸ ਬੁੱਧ ਬ੍ਰਿਧ ਹੂੰ ਕੀ ਦੇਖੀਏ। ਕਹਿੰਦੇ ਜਿਹੜੀ ਫਾਰਸੀ ਦੀ ਭਾਸ਼ਾ ਹੈ ਨਾ, ਬੜੀ ਔਖੀ ਹੈ, ਬੜੀ ਮੁਸ਼ਕਲ ਭਾਸ਼ਾ ਹੈ, ਪਰ ਕਹਿੰਦੇ ਵੀ ਇਹ ਬੱਚੇ ਨੂੰ ਦੇਖ ਕੇ ਤਾਂ ਇੰਜ ਲੱਗਦਾ ਵੀ ਇਹ ਪਹਿਲਾਂ ਪੜ੍ਹਾਈ ਕਰਕੇ ਆਇਆ ਹੈ ਤੇ ਬੜੀ ਆਸਾਨੀ ਦੇ ਨਾਲ। ਮੁਸ਼ਕਲ ਪਾਰਸੀ, ਜਿਹੜੀ ਫਾਰਸੀ ਭਾਸ਼ਾ ਹੈ ਬਹੁਤ ਮੁਸ਼ਕਲ ਹੈ। ਆਸਾਨ ਪੜ੍ਹੇ ਤਤਕਾਲ, ਵੀ ਬੜੀ ਛੇਤੀ ਦੇ ਨਾਲ ਆਸਾਨ ਤਰੀਕੇ ਦੇ ਨਾਲ ਇਹ ਫਾਰਸੀ ਪੜ੍ਹ ਰਿਹਾ ਹੈ। ਬਾਲਕ ਕੀ ਬੈਸ, ਕਿ ਇਸ ਬਾਲਕ ਦੀ ਜਿਹੜੀ ਉਮਰ ਹੈ ਨਾ, ਦੇਖਣ ਨੂੰ ਤਾਂ ਛੋਟਿਆਂ ਵਰਗਾ ਹੈ, ਬੁੱਧ ਬ੍ਰਿਧ ਹੂੰ ਕੀ ਦੇਖੀਏ, ਪਰ ਜਿਹੜੀ ਇਸ ਦੀ ਅਕਲ ਹੈ, ਜਿਹੜੀ ਇਸ ਦੀ ਸਿਆਣਪ ਹੈ, ਇਹ ਵੱਡਿਆਂ ਵਰਗੀ ਹੈ, ਵਡੇਰਿਆਂ ਵਰਗੀ ਸਿਆਣਪ ਹੈ। ਉਮਰ ਬਹੁਤ ਛੋਟੀ ਹੈ, ਛੋਟੀ ਉਮਰ ਦੇ ਵਿੱਚ ਹੀ ਸਿਆਣਪ ਬਹੁਤ ਵੱਡੀ ਹੈ। ਇਹ ਹੁਣ ਮੌਲਵੀ ਗੁਰੂ ਨਾਨਕ ਸਾਹਿਬ ਜੀ ਦੇ ਬਾਬਤ ਇਹ ਬਚਨ ਉਚਾਰਨ ਕਰਦਾ। ਤੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਸਾਰੀ ਕਥਾ ਸੁਣਾਉਂਦੇ ਨੇ ਵੀ ਇਸ ਤਰ੍ਹਾਂ ਦਾ ਮਾਹੌਲ ਉਦੋਂ ਬਣਿਆ ਸੀ ਜਦੋਂ ਮੌਲਵੀ ਦੇ ਕੋਲ ਪੜ੍ਹਨ ਗਏ। ਜੇਰ ਤੇ ਜਬਰ ਔਰ ਮਾਇਨੇ ਕਿਤਾਬਨ ਕੇ ਦਫ਼ਤਰ ਲੇਖਾ ਜਮਾ ਖਰਚ ਵਿਸੇਖੀਏ। ਜੇਰ ਦਾ ਭਾਵ ਹੁੰਦਾ ਸਿਹਾਰੀ, ਜੇਰ ਤੇ ਜ਼ਬਰ, ਜ਼ਬਰ ਦਾ ਭਾਵ ਹੁੰਦਾ ਮੁਕਤਾ। ਫਾਰਸੀ ਦੇ ਵਿੱਚ ਜਿਹੜੇ ਵੀ ਲਫ਼ਜ਼ ਵਰਤੇ ਨੇ, ਜਿਹੜੀਆਂ ਲਗਾ ਮਾਤਰਾ ਵਰਤੀਆਂ ਨੇ ਨਾ, ਉਸ ਦੇ ਬਾਬਤ ਆਖਦੇ ਨੇ ਕਿ ਜੇਰ ਤੇ ਜ਼ਬਰ ਔਰ ਮਾਇਨੇ ਕਿਤਾਬ ਨਕੇ, ਕਿ ਜਿਹੜੇ ਕਹਿੰਦੇ ਕਿਤਾਬ ਦੇ ਅਰਥ ਨੇ ਜਾਂ ਸਿਹਾਰੀ ਮੁਕਤਾ, ਜਿਹੜੀਆਂ ਵੀ ਲਗਾ ਮਾਤਰਾਵਾਂ ਨੇ ਨਾ, ਇਹ ਸਾਰਾ ਕੁਝ ਦਫ਼ਤਰ ਲੇਖਾ ਜਮ ਖਰਚ ਵਿਸੇਖਿਆ, ਤੇ ਦਫ਼ਤਰੀ ਲੇਖਾ ਤੇ ਜਮਾ ਖਰਚ ਨੂੰ ਵੀ ਭਲੀ ਭਾਂਤ ਜਾਣਦੇ ਨੇ। ਤੇ ਹੁਣ ਕਿਉਂਕਿ ਮੌਲਵੀ ਤੋਂ ਆਉਣ ਤੋਂ ਪਹਿਲਾਂ ਪਾਤਸ਼ਾਹ ਜੀ ਗੋਪਾਲ ਪਾਂਧੇ ਦੇ ਕੋਲੋਂ ਪੜ੍ਹਨ ਗਏ ਸੀ, ਉੱਥੇ ਜਾ ਕੇ ਹਿਸਾਬ ਕਿਤਾਬ ਦੀ ਪੜ੍ਹਾਈ ਸਿੱਖੀ ਸੀ, ਸਾਰੇ ਪਹਾੜੇ ਸਿੱਖੇ ਸੀ। ਮੌਲਵੀ ਕਹਿੰਦਾ ਵੀ ਇਹ ਦਫ਼ਤਰੀ ਕੰਮ ਕਾਜ ਜਿਹੜਾ ਹੁੰਦਾ ਨਾ, ਜਮਾ ਘਟਾਓ ਵਾਲਾ, ਇਹ ਸਾਰਾ ਕੁਝ ਹੀ ਜਾਣਦੇ ਨੇ। ਤੇ ਫਾਰਸੀ ਦੇ ਬਾਬਤ ਵੀ ਇਹਨਾਂ ਨੂੰ ਚੰਗੀ ਜਿਹੜੀ ਜਾਣਕਾਰੀ ਹੈ। 10-10 ਸਾਲ ਕੇ ਵਿਸਾਲ ਬਾਲ ਵੈਸੇ ਜੋ ਪੜ੍ਹੋ ਨਾ ਸਮਾਨ ਇਸ ਕੋ ਅਵ ਰੇਖੀਏ। 10-10 ਸਾਲ ਕੇ, ਕਹਿੰਦੇ ਮੇਰੇ ਕੋਲ ਮੇਰੀ ਕਲਾਸ ਦੇ ਵਿੱਚ 10-10 ਸਾਲਾਂ ਦੇ ਬੱਚੇ ਬੈਠੇ ਨੇ। ਵਿਸਾਲ ਬਾਲ ਵੈਸੇ ਜੋ ਪੜ੍ਹੇ, ਪਰ ਕਹਿੰਦੇ ਜਿਹੜਾ ਵੀ ਬੱਚਾ ਪੜ੍ਹਦਾ ਹੈ ਨਾ, ਇਸ ਬੱਚੇ ਦੀ ਬਰਾਬਰੀ ਨਹੀਂ ਕੋਈ ਵੀ ਕਰ ਸਕਿਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਉਮਰ ਹਜੇ ਵੀ 6-7 ਸਾਲ ਦੀ ਹੈ,
ਤੇ ਉਹਨਾਂ ਦੇ ਮੁਕਾਬਲੇ 4-4 5-5 ਸਾਲ ਵੱਡੀ ਉਮਰ ਦੇ ਉੱਥੇ ਬੱਚੇ ਬੈਠੇ ਨੇ ਉਸ ਕਲਾਸ ਦੇ ਵਿੱਚ। ਮੌਲਵੀ ਕਹਿੰਦਾ ਮੇਰੇ ਕੋਲ 10-10 ਸਾਲਾਂ ਦੇ ਬੱਚੇ ਵੀ ਬੈਠੇ ਨੇ ਇੱਥੇ, ਪਰ ਇਸ ਬਾਲਕ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਤੇ ਹੁਣ ਮੌਲਵੀ ਅੱਗੇ ਵਿਚਾਰ ਮਨ ਦੇ ਵਿੱਚ ਕੀ ਕਰਦਾ, ਮਨ ਕੋ ਕਾਮਨਾ ਹੈ ਓਲੀਆ ਅਵਤਾਰ ਕੂ, ਲੱਖ ਸੋ ਅਲਖ ਜਾ ਕੇ ਲੇਖ ਹੈ ਅਲੇਖੀਏ। ਮਨ ਕੋ ਕਾਮ ਨਹੀਂ, ਕਹਿੰਦਾ ਇਹ ਫਾਰਸੀ ਜਿਸ ਤਰ੍ਹਾਂ ਇਹ ਬੱਚਾ ਪੜ੍ਹਦਾ ਹੈ ਨਾ ਛੋਟੀ ਉਮਰ ਦੇ ਵਿੱਚ, ਇਹ ਮਨੁੱਖਾਂ ਦਾ ਕੰਮ ਨਹੀਂ ਇਸ ਤਰ੍ਹਾਂ ਫਾਰਸੀ ਪੜ੍ਹਨੀ। ਹੁਣ ਮੌਲਵੀ ਵੀ ਮਨ ਦੇ ਵਿੱਚ ਕੀ ਸੋਚਦਾ, ਓਲੀਆ ਅਵਤਾਰ ਕੋ, ਕਹਿੰਦਾ ਇਹ ਵੀ ਕੋਈ ਅਵਤਾਰ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਾਬਤ ਅਸੀਂ ਪਿਛਲੇ ਪ੍ਰਸੰਗਾਂ ਦੇ ਵਿੱਚ ਵਿਚਾਰ ਸਰਵਣ ਕਰਦੇ ਆ ਚੁੱਕੇ ਹਾਂ। ਸਭ ਤੋਂ ਪਹਿਲਾਂ ਪੰਡਿਤ ਹਰਦਿਆਲ ਆਉਂਦਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ। ਉਹ ਪੰਡਿਤ ਹਰਦਿਆਲ ਆਉਂਦਾ ਜਦੋਂ ਮਹਿਤਾ ਕਾਲੂ ਜੀ ਦੱਸਦੇ ਨੇ ਕਿ ਮੇਰੇ ਘਰ ਦੇ ਵਿੱਚ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ, ਖੁਸ਼ੀਆਂ ਭਰਿਆ ਮਾਹੌਲ ਹੈ, ਕੋਈ ਚੰਗਾ ਲਗਨ ਦੇਖੋ, ਇਸ ਦਾ ਨਾਮਕਰਨ ਕਰਨਾ, ਇਸ ਦੀ ਜਨਮ ਪੱਤਰੀ ਤਿਆਰ ਕਰਨੀ। ਉਹ ਸਾਰਾ ਕੁਝ ਦੇਖ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਦੀ ਬਣਤਰ ਦੇਖ ਕੇ, ਸਾਰੇ ਲੱਛਣ ਦੇਖ ਕੇ ਪੰਡਿਤ ਹਰਦਿਆਲ ਵੀ ਪਹਿਲੇ ਦੂਜੇ ਦਿਨ ਤੋਂ ਹੀ ਇਹ ਆਪਣੇ ਮਨ ਦੇ ਵਿੱਚ ਅੰਦਾਜ਼ਾ ਲਗਾਈ ਬੈਠਾ ਵੀ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਸ਼ਿਵ ਜੀ ਦਾ ਅਵਤਾਰ ਕੋਈ ਧਾਰਨ ਹੋਇਆ ਜਾਂ ਵਿਸ਼ਨੂੰ ਦਾ, ਕਿਉਂਕਿ ਇਹੋ ਜਿਹੇ ਲੱਛਣ ਕਿਸੇ ਦੇਵਤੇ ਦੇ ਹੀ ਹੁੰਦੇ ਨੇ, ਪਰ ਉਸ ਨੂੰ ਸਮਝ ਨਹੀਂ ਪੈ ਰਹੀ। ਪੰਡਿਤ ਹਰਦਿਆਲ ਨੇ ਵੀ ਮਨ ਦੇ ਵਿੱਚ ਇਹ ਸੋਚ ਲਿਆ ਵੀ ਹਾਂ ਇਹ ਕੋਈ ਅਵਤਾਰ ਹੀ ਹੈ। ਬਾਅਦ ਦੇ ਵਿੱਚ ਸਮਾਂ ਬੀਤਿਆ, ਪਾਤਸ਼ਾਹ ਜੀ ਨੂੰ 6-7 ਸਾਲ ਦੀ ਉਮਰ ਦੇ ਵਿੱਚ ਗੋਪਾਲ ਪਾਂਧੇ ਦੇ ਕੋਲ ਪੜ੍ਹਨ ਦੇ ਲਈ ਭੇਜਿਆ। ਪਾਂਧੇ ਦੇ ਪ੍ਰਤੀ ਜਦੋਂ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਨਾ, ਪਾਂਧੇ ਨੂੰ ਸਮਝਾਉਣਾ ਕੀਤਾ ਕਿ ਦੁਨਿਆਵੀ ਮੋਹ ਮਾਇਆ ਨੂੰ ਛੱਡ ਕੇ ਉਸ ਕਰਤਾਰ ਦੇ ਨਾਲ ਚਿੱਤ ਜੋੜ, ਆਪਣੀ ਸੁਰਤ ਦੇ ਉੱਤੇ ਆਪਣੇ ਮਨ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਲਿਖ। ਉਸ ਸਮੇਂ ਗੋਪਾਲ ਪਾਂਧਾ ਵੀ ਇਹੀ ਮਨ ਦੇ ਵਿੱਚ ਅੰਦਾਜ਼ਾ ਲਗਾਈ ਬੈਠਾ ਵੀ ਇਹ ਕੋਈ ਅਵਤਾਰ ਹੈ, ਆਮ ਇਨਸਾਨ ਨਹੀਂ। ਤੇ ਗੋਪਾਲ ਪਾਂਧੇ ਨੇ ਵੀ ਮਹਿਤਾ ਕਾਲੂ ਜੀ ਨੂੰ ਫਿਰ ਇਹੀ ਬਚਨ ਆਖੇ ਸੀ ਵੀ ਆਪਣੇ ਪੁੱਤਰ ਨੂੰ ਆਮ ਪੁੱਤਰ ਨਾ ਜਾਣਿਓ, ਇਹ ਕੋਈ ਸੱਚਮੁੱਚ ਹੀ ਅਵਤਾਰ ਆਇਆ ਹੈ। ਤੇ ਹੁਣ ਤੀਜਾ ਇਨਸਾਨ ਮੌਲਵੀ ਆ ਗਿਆ। ਮੌਲਵੀ ਦੇ ਕੋਲ ਹਜੇ ਪਹਿਲਾ ਦਿਨ ਹੀ ਹੈ ਮਦਰਸੇ ਦੇ ਵਿੱਚ, ਤੇ ਮੌਲਵੀ ਆਖਦਾ ਮਾਨਖੋ ਕੋ ਕਾਮਨਾ ਹੈ ਕਿ ਇਹ ਕੋਈ ਮਨੁੱਖਾਂ ਦਾ ਕੰਮ ਨਹੀਂ, ਆਮ ਬੱਚਿਆਂ ਦਾ ਕੰਮ ਨਹੀਂ ਫਾਰਸੀ ਪੜ੍ਹਨਾ। ਕਹਿੰਦਾ ਓਲੀਆ ਅਵਤਾਰ ਕੋ, ਇਹ ਸੱਚਮੁੱਚ ਕਹਿੰਦਾ ਕੋਈ ਅਵਤਾਰ ਹੈ ਇਸ ਧਰਤੀ ਦੇ ਉੱਤੇ ਆਇਆ। ਲੱਖ ਸੋ ਲੱਖ ਜਾ ਕੇ ਲੇਖ ਹੈ ਅਲੇਖੀਏ। ਤੇ ਇਸੇ ਤਰ੍ਹਾਂ ਕਹਿੰਦਾ ਕਿ ਇਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਇਸ ਦਾ ਕੋਈ ਅੰਤ ਨਹੀਂ ਪਾ ਸਕਦਾ ਇਸ ਬੱਚੇ ਦਾ, ਤੇ ਨਾ ਹੀ ਇਸ ਦਾ ਕੋਈ ਲੇਖਾ ਕਰ ਸਕਦਾ। ਇਹ ਲੇਖੇ ਤੋਂ ਰਹਿਤ ਹੈ। ਇਹ ਸਾਰੀ ਵਿਚਾਰ ਚਰਚਾ ਹੁਣ ਮੌਲਵੀ ਆਪਣੇ ਮਨ ਦੇ ਵਿੱਚ ਕਰਕੇ ਬੜਾ ਨਿਹਾਲ ਹੁੰਦਾ। ਤੇ ਫਿਰ ਅਗਲੇਰੇ ਪ੍ਰਸੰਗ ਦੀ ਵਿਚਾਰ ਅਸੀਂ ਇੱਥੋਂ ਹੀ ਚੱਲਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਕਿਸ ਤਰ੍ਹਾਂ ਹੁਣ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਮੌਲਵੀ ਨੂੰ ਆਖ ਕੇ ਗਏ ਸੀ ਨਾ ਵੀ ਜੋ ਜੋ ਤੂੰ ਮੇਰੇ ਪੁੱਤਰ ਨੂੰ ਪੜ੍ਹਾਊਂਗਾ ਉਹ ਤੂੰ ਮੈਨੂੰ ਰੋਜ਼ ਦੱਸਣਾ। ਤੇ ਅਗਲੀ ਵਿਚਾਰ ਹੁਣ ਮੌਲਵੀ ਕਿਸ ਤਰ੍ਹਾਂ ਮਹਿਤਾ ਕਾਲੂ ਜੀ ਨੂੰ ਉਹਨਾਂ ਦੇ ਪੁੱਤਰ ਦੇ ਬਾਬਤ ਵਡਿਆਈ ਕਰਦਾ, ਉਹ ਰਹਿੰਦੀਆਂ ਵਿਚਾਰਾਂ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦਿਆਂ ਹੋਇਆਂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।